अस्सलाम वालेकुम जी, की हाल हैं दोस्तों, ठीक हो? अच्छा सर जी, अज आम यार खरल जिंदी इस तो पहले तकरीबन 2-3 महीने जिस वक्त बहुत अरूज ते आया सी अपना लसन ਤੇ ਉਹਨਾਂ ਦੀ ਵੀਡੀਓ ਬਣਾਈ ਹੈ ਔਰ ਵੀਡੀਓ ਬਣਾਉਣ ਜੋ ਮੌਜੂਦ ਹੈ ਫਸਲ ਦੇ ਵਿੱਚ ਉਹਨਾਂ ਨੇ ਹਕੀਕਤ ਹਰ ਇੱਕ ਚੀਜ਼ ਦੀ ਉਹਨਾਂ ਦੱਸੀ ਹੈ। ਉਸ ਬਾਅਦ ਇਸ ਟਾਈਮ ਤੱਕ ਉਹਨਾਂ ਨੇ ਐਵਰੇਜ ਜੋ ਲਈ ਹੈ ਜਿਸ ਹਿਸਾਬ ਨਾਲ ਲਈ ਜਿੰਨਾ ਉਹਨਾਂ ਨੇ ਪਰ ਏਕੜ ਦੇ ਹਿਸਾਬ ਨਾਲ ਮੁਨਾਫਾ ਕਮਾਇਆ ਹੈ ਸੀ ਉਹਦੇ ਬਾਰੇ ਗੱਲਬਾਤ ਕਰ ਸਕਦੇ ਸੀ ਤੇ ਲੇਕਿਨ ਸਭ ਤੋਂ ਪਹਿਲੇ ਉਹ ਆਪਣਾ ਤਾਰਫ ਤੁਹਾਨੂੰ ਅੱਜ ਕਰਾ ਦੇਣ। ਅੱਜ ਨੰਬਰ ਵੀ ਦੇ ਦੇ ਸਨ ਤੁਹਾਨੂੰ ਆਪਨੇ ਆਪਣੇ ਉਹਦੇ ਉੱਤੇ ਅਸੀਂ ਮੋਬਾਈਲ ਤੇ ਦਿੱਤਾ ਹੋਇਆ ਸੀ ਆਮ ਯਾਰ ਦਾ ਤੇ ਜੋ ਵੀ ਗੱਲਬਾਤ ਹੋਵੇ ਹਕੀਕਤ ਤੇ ਉਹ ਤੁਹਾਨੂੰ ਦੱਸਾ ਕਰਸਣ ਸੀ। ਇਹਦੇ ਵਿੱਚ बढ़ावन चढ़ावन वाली कोई किसी वजह नाल नहीं होनी सी। लिहाजा सब तो पहले आप पुछने सी जी पर तुसीं पहले तारफ करा दो मुकम्मल तौर ते। मेरा नाम अहमद यार, कौम खरल, चक फतेहकोट जिला बावन नगर, तहसीलो जिला बावन नगर, तहसीलो जिला बावन नगर है। हेड जाल वाला मशहूर है, हेड जाल वाला मशहूर है। अच्छा ठीक है जी। अच्छा जाम यार तुसी पहले उस टाइम थोड़ी एक वीडियो चल गई है सी उंदी हो गई उस बाद अज आप फिर शुरू करनी है इनकी बिजाई तो लैते। सब तो पहले तुसी ये दसो अपना जमीन वक्त काश्त केड़ा है सी? ये 9वां-10वां महीना, 9वें तो 10वां महीना। ठीक है जी, 2 महीने के अंदर काश्त होंदा है। ये 2 महीने काश्त होंदा है सी। और बीज केड़ा इंतखाब करदे हो तुसी तुहाडे हिसाब केड़ा अच्छा है? ਅਸੀਂ ਸਫੈਦ या लाल बस। ਉਹ ਸਫੈਦ ਕਿਹੜਾ ਹੈ ਸੀ ਜੀ? ਉਹ ਸਫੈਦ ਹੈ ਜੀ, ਇਹ ਸਫੈਦ ਹੈ ਜੀ। ਇਹ ਜੀ ਸਫੈਦ ਹੈ। ਅੱਛਾ ਇਹਨੂੰ ਕੀ ਬੋਲਦੇ ਨੇ? ਇਹਨੂੰ ਕੋਈ 756 ਵੀ ਬੋਲਦੇ ਨੇ ਜਾਂ ਨੀਰਾ ਸਫੈਦ ਬੋਲਦੇ? ਅਸੀਂ ਤਾਂ ਇਹਨੂੰ ਆਦੀ ਜ਼ਬਾਨ ਹੈ ਸਫੈਦ ਹੀ ਆਖਸਾਂ ਜਾਂ ਚਿੱਟਾ ਹੀ ਆਖਦੇ ਆ। ਅੱਛਾ ਅੱਛਾ। ਤੇ ਦੂਜਾ ਜਿਹੜਾ ਹੈ ਸੀ ਗੁਲਾਬੀ ਹੈ ਸੀ? ਦੂਜਾ ਉਹ ਲਾਲ ਹੈ। ਉਹ ਲਾਲ ਹੈ ਸੀ? ਉਹ ਹਾਂਜੀ ਉਹ ਅਸੀਂ ਜਿਹੜਾ ਨਾ ਇਹ ਅੱਛਾ ਇਹ ਲਾਲ ਹੈ। ਅੱਛਾ ਇਹ ਲਾਲ ਹੈ ਜੀ। ਹਾਂ ਜੀ ਇਹ ਲਾਲ। ਠੀਕ ਹੈ। ਤੇ ਔਸਤ ਕਿਹੜੇ ਦੀ ਆਂਦੀ? ਲਾਲ ਦੀ ਜ਼ਿਆਦਾ ਆਂਦੀ ਹੈ ਜਾਂ ਗੁਲਾਬੀ ਦੀ ਆਂਦੀ ਹੈ? ਇਹ ਜਿਹੜਾ ਸਫੈਦ ਹੈ ਨਾ, ਹਾਂਜੀ, औसत वजन ਦੇ ਵਿੱਚ ਉਹ ਜ਼ਿਆਦਾ ਹੈ। अच्छा औसत वजन ਵਿੱਚ ਜ਼ਿਆਦਾ ਹੈ ਸੀ। ਠੀਕ ਹੈ औसत ਜੀ। वजन अच्छा ਜ਼ਮੀਨ ਦੀ ਤਿਆਰੀ ਕਿਸ ਕਿਸਮ ਦੀ ਹੋਵੇ? ਜ਼ਮੀਨ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ? ਜ਼ਮੀਨ ਤਕਰੀਬਨ ਸਖਤ ਹੋਵੇ, ਸਖਤ ਹੋਵੇ ਸੀ? ਨਰਮ ਵਿੱਚ ਨਹੀਂ ਹੁੰਦਾ। ਅੱਛਾ ਨਰਮ ਮਹਿਰਾ ਜ਼ਮੀਨ ਹੋਵੇ? ਨਹੀਂ ਮਹਿਰਾ ਜ਼ਮੀਨ ਰੇਤਲੀ ਚ ਨਹੀਂ ਹੁੰਦਾ, ਨਾ ਕੋਈ ਫਲ ਵਾਲੀ ਚ। ਅੱਛਾ ਸਖਤ ਜ਼ਮੀਨ ਹੋਵੇ। ਅੱਛਾ ਸਖਤ ਜ਼ਮੀਨ ਹੋਵੇ। ਹਾਂ ਸਖਤ ਜ਼ਮੀਨ ਉਸੇ ਉਹਦੇ ਵਿੱਚ ਜ਼ਿਆਦਾ ਗਰੋਥ ਪਕੜ ਸੀ। ਠੀਕ ਹੈ ਜੀ। ਅੱਗੇ ਜ਼ਮੀਨ ਨੂੰ ਤਿਆਰੀ ਕਰਨ ਵਾਸਤੇ ਹੁੰਦੇ ਕੀ ਚੀਜ਼ਾਂ ਪਾਉਣੀਆਂ ਚਾਹੀਦੀਆਂ? ਰੂੜੀ ਪਾ ਲਓ? ਰੂੜੀ ਪਾ ਦਿਓ ਤੇ ਰੂੜੀ ਤਾਂ ਸਾਰਿਆਂ ਤੋਂ ਬਿਹਤਰ ਹੈ। ਅੱਛਾ ਰੂੜੀ ਪਾ ਲਓ ਜਿੰਨਾ ਕੁ ਲਾਵਣਾ ਉਹਨੇ ਦੇ ਵਿੱਚ ਆਦਾ ਹਿਸਾਬ ਨਾਲ। ਠੀਕ ਹੈ। ਪਰ ਏਕੜ ਪਾ ਲਓ ਜਿੰਨੀਆਂ ਟਰਾਲੀਆਂ ਪਾਉਣੀਆਂ, ਜ਼ਿਆਦਾ ਵੀ ਨਾ ਹੋਵੇ ਨਾ। ਠੀਕ ਹੈ ਜੀ। ਅੱਛਾ ਜੀ ਅਸੀਂ ਅਮ ਯਾਰ ਦੇ ਬੈਠਕ ਵਿੱਚ ਬੈਠੇ ਹਾਂ ਜਿੱਥੇ ਉਹਨਾਂ ਨੇ ਆਦਾ ਸੀਡ ਰੱਖਾ ਹੈ ਸੀ। ਇਹ ਸੀਡ ਅਸਾਂ ਵੀ ਉਹਨਾਂ ਕੋਲ ਲਿਆ ਸੀ। ਇਹ ਉਹਨਾਂ ਨੇ ਸੀਡ ਰੱਖਿਆ ਔਰ ਸੀਡ ਰੱਖਣ ਦਾ ਤਰੀਕਾ ਵੀ ਤੁਹਾਨੂੰ ਦੱਸਣ ਸੀ। ਲੋਕ ਬੜਾ बढ़ा ਚੜਾ ਤੇ ਦੱਸ ਰਹੇ ਨੇ, ਬੜੀਆਂ ਮੰਜ਼ਲਾਂ ਬਣਾ ਰਹੇ ਸੀ। ਬੜਾ ਔਖਾ ਜਿਹਾ ਕੰਮ ਹੈ। ਸਾਦਾ ਤਰੀਕੇ ਨਾਲ ਕਿੰਨੇ ਅਰਸੇ ਤੁਸੀਂ ਲਾ ਰਹੇ ਨੇ? ਇਹ ਤਕਰੀਬਨ ਮੇਰੀ ਵੀ 40-45 ਸਾਲ ਉਮਰ ਹੋਈ ਕੋਈ, ਤਕਰੀਬਨ 25-30 ਸਾਲ ਤੋਂ ਤਾਂ ਮੈਂ ਇਹ ਕੰਮ ਕਰਦਾ ਸੀ। 25-30 ਸਾਲ ਤੋਂ? ਹਾਂ ਤੇ ਉਸ ਤੋਂ ਪਹਿਲੇ ਮੇਰੇ ਵਾਲਦ ਸਾਹਿਬ ਵੀ ਆ ਤੁਹਾਡੇ ਸਾਹਮਣੇ। ਤੇ ਬੀਜ ਇਵੇਂ ਹੀ ਰੱਖਦੇ ਹੋ? ਇਵੇਂ ਹੀ ਅਸੀਂ ਤਾਂ ਅੱਛਾ ਆ ਵਾਲਿਦ ਸਾਹਿਬ ਨੇ? ਇਹ ਮੇਰੇ ਵਾਲਦ ਸਾਹਿਬ ਹੈ। ਅੱਛਾ ਅੱਛਾ। ਇਹਨਾਂ ਦਾ ਨਾਮ ਸ਼ਾਹ ਮੁਹੰਮਦ ਹੈ। ਅੱਛਾ ਅੱਛਾ ਇਹ ਵਾਲਿਦ ਸਾਹਿਬ ਜੀ। ਇਹਨਾਂ ਦੇ ਵਾਲਿਦ ਸਾਹਿਬ ਜੀ ਸ਼ੁਰੂ ਲਾ ਤੋਂ ਪਹਿਲੇ ਤੋਂ ਸ਼ੁਰੂ ਤੋਂ ਜੱਦੀ ਪੁਸ਼ਤੀ ਕੰਮ ਕਰ ਰਹੇ ਸੀ। ਇਹ ਵਾਲਿਦ ਸਾਹਿਬ ਜੀ ਕੀ ਵਾਲਿਦ ਸਾਹਿਬ ਦਾ ਨਾਮ ਜੀ? ਹਾਜੀ ਸ਼ਾਹ ਮੁਹੰਮਦ। ਹਾਜੀ ਸ਼ਾਹ ਮੁਹੰਮਦ ਸਾਹਿਬ। ਠੀਕ ਹੈ ਜੀ। ਇਹ ਉਹਨਾਂ ਦੀ ਬੈਠਕ ਵਿੱਚ ਬੈਠਦੇ ਅਸੀਂ ਜਿਹੜਾ ਬੀਜ ਰੱਖਦੇ ਸੀ ਅਸੀਂ ਉਹ ਤੁਹਾਨੂੰ ਵਿਖਾ ਰਹੇ ਹਾਂ ਜੀ ਕਿ ਕਿਸ ਹਿਸਾਬ ਨਾਲ ਬੀਜ ਰੱਖਿਆ ਹੈ। ਚਲੋ ਪਹਿਲੇ ਉਸ ਤੋਂ ਅਗਲੀ ਗੱਲ ਕਰ ਲਈਏ ਜੀ। ਅੱਛਾ ਕਿਆਰਾ ਕਿਤਨਾ ਹੋਣਾ ਚਾਹੀਦਾ? ਕਿਸ ਹਿਸਾਬ ਦਾ ਬਿਆਨ ਦੇ ਸੀ? ਅਸੀਂ ਇਹ ਕਨਾਲ ਦਾ ਜਿਹੜਾ ਨਾ ਜੀ ਕਨਾਲ ਦਾ ਕਿਆਰੀ ਅਸੀਂ ਉਹਦੀ ਲੰਬਾਈ ਉਹਦੀ ਕਨਾਲ ਦੀ ਰੱਖਨੇ ਆ ਜ਼ਿਆਦਾਤਰ। ਅੱਛਾ ਜੀ ਲੰਬਾਈ। ਅੱਛਾ ਚੌੜਾਈ ਤਕਰੀਬਨ 2 ਫੁੱਟ ਹੁੰਦੀ ਹੈ। 2 ਫੁੱਟ ਦੀ? ਹਾਂ 2 ਫੁੱਟ ਦੀ ਕਿਆਰੀ ਬਣਾ 2 ਫੁੱਟ 2.5 ਫੁੱਟ ਦੀ ਕਿਆਰੀ ਬਣਾ। ਅੱਛਾ ਕਿਆਰੀ ਬਣਾਈ ਤੇ ਲੰਬਾਈ ਉਹਦੀ ਕਨਾਲ ਦੀ ਪੂਰੀ ਲੈ ਗਏ? ਹਾਂ ਲੰਬਾਈ ਅਸੀਂ ਕਨਾਲ ਦੀ ਹਾਂ ਤੇ ਚੌੜਾਈ ਜਿਹੜਾ ਨਾ 2.5 ਫੁੱਟ ਦੀ। ਅਗਰ ਤੇ ਵੈਸੇ ਅਗਰ ਜ਼ਮੀਨ ਸੈੱਟ ਹੋਵੇ ਤਾਂ ਭਾਵੇਂ 2 ਕਨਾਲਾਂ ਦੀ ਲੰਮੀ ਕਰ ਲਓ। ਅੱਛਾ ਨਹੀਂ ਤੇ ਕਿਆਰੇ ਦਾ ਸਹਿ ਤੁਸੀਂ 2.5 ਫੁੱਟ ਅਗਰ 5 ਫੁੱਟ ਹੋ ਜਾਵੇ 6 ਫੁੱਟ ਹੋ ਜਾਵੇ 10 ਫੁੱਟ ਹੋ ਜਾਵੇ ਨਹੀਂ ਉਹ ਮੁੜ ਥੋੜੀ ਜਿਹੀ ਲਾਵਣੀ ਮੁਸ਼ਕਲ ਹੋ ਜਾਂਦੀ, ਉਹਦੇ ਵਿੱਚ ਗੋਡੀ ਕਰਨੀ ਵੀ ਮੁਸ਼ਕਲ ਹੋ ਜਾਂਦੀ। ਅੱਛਾ ਗੋਡੀ ਕਰਨੀ ਮੁਸ਼ਕਲ? ਇਹ ਲਾਵਣ ਵਾਸਤੇ ਤੇ ਗੋਡੀ ਕਰਨ ਵਾਸਤੇ 2.5 ਫੁੱਟ ਜਿਹੜਾ ਹੈ ਨਾ ਤਾਂ ਕਿ ਇੱਧਰ ਵੀ ਹੱਥ ਪਹੁੰਚਦਾ ਜਾਵੇ, ਰੰਬੀ ਨਾਲ ਕਰਨੀ ਬੈ। ਅੱਛਾ 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 ਠੀਕ ਹੈ। ਉਹ ਜਿੰਨੀ ਖੁੱਲੀ ਉਸੇ ਮੁੜ ਵਿੱਚੋਂ ਸਾਰਾ ਮਦੀਨਾ ਰਹਿੰਦਾ। ਅੱਛਾ ਬੀਜ ਜਿਹੜਾ ਸੀ ਹੁਣ ਜਿਹੜਾ ਆ ਆਪਣਾ ਮੋਟਾ ਬੀਜ ਹੈ ਸੀ ਇਸ ਸ਼ਾਇਦ ਇੱਕ ਡਾਲੀ ਦੇ ਵਿੱਚੋਂ ਜਿਹੜਾ ਬੀਜ ਨਿਕਲਦਾ ਸੀ 8-10 ਨਿਕਲ ਆਉਂਦੀਆਂ ਸੀ? ਇਹ ਤਕਰੀਬਨ ਮੇਰੇ ਹਿਸਾਬ ਦੇ ਵਿੱਚ ਇਹਦੇ ਵਿੱਚੋਂ 25-30 ਡਾਲੀ ਨਿਕਲ ਸੀ। ਅੱਛਾ 25-30 ਡਾਲੀ ਨਿਕਲ ਸੀ। ਅੱਛਾ ਫਾਸਲਾ ਕਿਤਨਾ ਰੱਖਣਾ ਸੀ ਪੌਦੇ ਤੋਂ ਪੌਦੇ ਦਾ? ਪੌਦੇ ਤੋਂ ਪੌਦੇ ਦਾ ਤਕਰੀਬਨ 2-3 ਇੰਚ। ਅੱਛਾ ਤੇ ਵਿੱਚੋਂ ਜਿਹੜਾ ਫਾਸਲਾ ਹੈ ਅਸੀਂ ਲਾਉਣਾ ਹੈ ਲੀਕਾ ਮਾਰ ਤੇ। ਅੱਛਾ ਲੀਕਾ ਮਾਰ? ਉਹ ਕਿਆਰੀ ਬਣਾਈ ਹੈ ਉਹਦੇ ਵਿੱਚ ਅਸੀਂ ਲੀਕਾ ਮਾਰ ਸਾਂ।
ਲੀਕਾ ਮਾਰ ਤੇ ਉਸ ਤੋਂ ਬਾਅਦ ਉਹਦੇ ਵਿੱਚ ਪੌਥੀਆਂ ਲਾਵਣੀਆਂ। ਉਹ ਅੱਛਾ ਪੌਥੀ ਦਾ 2 ਤੋਂ 3 ਉਂਗਲ ਅਸੀਂ ਫਾਸਲਾ ਰੱਖਣਾ। 2 ਤੋਂ 3 ਉਂਗਲ ਦਾ। ਹਾਂ, ਉਹ 2-3 ਇੰਚ ਬਣ ਜਾਂਦਾ ਹਾਂ ਭਾਈ, ਇਹਨਾਂ ਦੀ ਆਸਾਨੀ ਨਾਲ ਉਹਦੇ ਚ ਹੋ ਜਾਂਦੀ ਹੈ ਸੀ ਆਪਣੀ ਉਹਦੇ ਗੋਡੀ। ਵਿੱਚ ਰੰਬੀ ਐਵੇਂ ਟੱਪ ਜਾਵੇ, ਐਵੇਂ ਵੀ ਟੱਪ ਜਾਵੇ। ਅੱਛਾ ਤੇ ਬੀਜ ਕਿਤਨੇ ਮਣ ਲੱਗਦਾ ਹੈ ਜਿਹੜਾ ਤੁਸੀਂ ਲਾਉਂਦੇ ਹੋ, ਸਹੀ ਆਈਡੀਅਲ ਜਿਹੜਾ ਹੋਵੇ ਸੀ? ਇਹ ਮੈਂ ਪਹਿਲੀ ਵੀਡੀਓ ਵਿੱਚ ਵੀ ਦੱਸਿਆ ਹੈ, ਹਾਂਜੀ। ਜਿੰਨਾ ਮੈਂ ਲਾਣਾ ਨਾ ਉਹ ਕਿਸੇ ਤੇ ਲੱਗਦਾ ਹੈ, ਭਾਵੇਂ ਕੁਝ ਕਰ ਲਵਾਂ ਅੱਛਾ ਉਹ ਤੇ ਨਾ ਹੀ ਕੋਈ ਲਾ ਸਕਦਾ। ਇਹਦੇ ਜਿਹੜਾ ਆਮ ਰੂਟੀਨ ਚੱਲਦਾ ਹੈ ਨਾ, ਉਹ ਤਕਰੀਬਨ 20 ਤੋਂ 25 ਕਿਲੋ ਹੈ ਕਨਾਲ ਦੇ ਅੰਦਰ। ਕਨਾਲ ਦੇ ਅੰਦਰ 20 ਤੋਂ 25 ਕਿਲੋ? ਹਾਂ 25 ਕਿਲੋ ਬਸ। ਜਿਹੜਾ ਆਮ ਲਾਉਂਦੇ ਲੋਕ? ਜਿਹੜਾ ਨਹੀਂ ਸਾਰੇ ਲਾਉਂਦੇ ਹੀ ਇਹਨਾਂ। ਤੇ ਤੁਸੀਂ ਕਿੰਨਾ ਲਾਉਂਦੇ ਹੋ? ਮੈਂ ਲਾ ਦੇਣਾ ਮਹਿਮਾਨ 35 ਕਿਲੋ। ਅੱਛਾ ਤੁਸੀਂ 35 ਤੋਂ 40 ਕਿਲੋ ਲਾ ਦਿੰਦੇ ਨੇ ਸੀ ਇੱਕ ਕਨਾਲ ਦੇ ਵਿੱਚ। ਜਿਹੜੇ ਆਮ ਲੋਕ ਲਾਉਂਦੇ ਨੇ 20 ਤੋਂ 25 ਕਿਲੋ ਲਾਉਂਦੇ ਨੇ। 25 ਕਿਲੋ ਲਾ ਸਨ ਇੱਕ ਕਨਾਲ ਦੇ ਵਿੱਚ। ਇੱਕ ਕਨਾਲ ਦੇ ਵਿੱਚ। ਅੱਛਾ ਠੀਕ, ਤੁਸੀਂ ਜ਼ਿਆਦਾ ਲਾਉਂਦੇ ਨੇ ਇਸ ਵਜ੍ਹਾ ਨਾਲ ਉਸ ਜ਼ਿਆਦਾ ਆਉਂਦੀ ਹੈ? ਬਿਲਕੁਲ ਠੀਕ ਹੈ। ਅੱਛਾ ਅੱਛਾ, ਪੌਦੇ ਤੋਂ ਪੌਦੇ ਦਾ ਫਾਸਲਾ ਵੀ ਜ਼ਿਆਦਾ 2 ਉਂਗਲ ਜਾਂ 3 ਉਂਗਲ 4 ਉਂਗਲ ਵੀ ਹੋ ਸਕਦਾ ਹੈ? ਉਹ ਡਾਲੀ ਦਾ 2 ਤੋਂ 3 ਉਂਗਲ ਹੈ, ਤੇ ਜਿਹੜਾ ਵਿਚਲਾ ਫਾਸਲਾ ਰੱਖਣਾ ਹੈ ਹਾਂ ਉਹ ਵਿੱਚੋਂ ਵੀ ਤੁਹਾਨੂੰ ਜਿਹੜਾ ਲੀਕਾ ਮਾਰਨਾ ਹੈ ਉਹ ਵੀ ਤਾਂ ਮੈਂ ਤੁਹਾਨੂੰ ਦੱਸਾਂ ਨਾ ਕਿ ਉਹ ਵੀ 4 ਤੋਂ 6 ਉਂਗਲ ਹੋਵੇ। ਅੱਛਾ ਇੱਕ ਲੀਕੇ ਤੋਂ ਦੂਏ ਲੀਕੇ ਤੱਕ। ਅੱਛਾ ਜਿਸ ਟਾਈਮ ਤੁਸੀਂ ਇਹ ਬੀਜ ਲਾਉਂਦੇ ਨੇ ਤੈਨੂੰ ਕੋਈ ਦਵਾਈ ਵੀ ਲਾਉਂਦੇ ਹੋ? ਕੋਈ ਚੀਜ਼ ਨਹੀਂ, ਕੋਈ ਚੀਜ਼ ਨਹੀਂ ਕਦੇ ਲਾਈ? ਬਸ ਲਾਤਾ ਸਾਦਾ ਪਾਣੀ ਲਾਤਾ? ਨਹੀਂ। ਹੋਰ ਇਹਨੂੰ ਅਸੀਂ ਸਿਰਫ ਚੌੜੇ ਪੱਤੇ ਵਾਲਾ ਸਪਰੇਅ ਕਰਨੇ ਆ ਪੈਂਡੀ ਦਾ। ਜਿਸ ਟਾਈਮ ਇਹ ਲਾ ਦਿੱਤਾ ਬੀਜ, ਇਹ ਲਾ ਦਿੱਤੀਆਂ ਪੌਥੀਆਂ ਉਹਨੇ ਖੁਸ਼ਕ ਪੈ ਨੂੰ ਅੱਗੇ ਅੱਗੇ ਸਪਰੇਅ ਕਰਦੇ ਗਏ, ਪਿੱਛੇ ਪਾਣੀ ਛੱਡ। ਅੱਛਾ ਪਹਿਲੇ ਸਪਰੇਅ ਕੀਤਾ ਤੇ ਬਾਅਦ ਵਿੱਚ ਪਾਣੀ ਨੂੰ ਲਾ ਦੇ ਕੇ ਖੁਸ਼ਕ ਜ਼ਮੀਨ ਦੇ। ਹਾਂ ਸਪਰੇਅ ਦੇ ਨਾਲੇ ਡੀਏਪੀ ਪਾ ਦੇਵਾਂ। ਅੱਛਾ ਸਪਰੇਅ ਦੇ ਨਾਲ ਸੁੱਕੀ ਦੇ ਵਿੱਚ ਡੀਏਪੀ ਪਾਉਣੀ। ਅੱਛਾ ਜੀ, ਉਹ ਆਦੀ ਪਾਵਰ ਹੈ ਆਦਾ ਜੀ। ਹੁਣ ਕਿੱਲਾ ਹੈ ਤਾਂ ਉਹਦੇ ਵਿੱਚ ਤੁਸੀਂ 2 ਬੋਰੀਆਂ ਪਾ ਦਿਓ। ਅੱਛਾ 2 ਤੋਂ ਜ਼ਿਆਦਾ ਨਹੀਂ ਪਾਉਣੀ, ਹੋ ਸਕਦਾ ਨੁਕਸਾਨ ਹੀ ਦੇ ਦੇ। ਤੇ ਪੋਟਾਸ਼ ਕਿੰਨੀ ਪਾਉਂਦੇ ਨੇ? ਪੋਟਾਸ਼ ਕੋਈ ਚੀਜ਼ ਹੋਰ ਨੇ ਇਸਤੇਮਾਲ ਕਰਨੇ ਆ ਅਸੀਂ ਤਾਂ ਬਸ ਕੋਈ ਥੋੜੀ ਬਹੁਤੀ ਜਿਹੜਾ ਨੇ ਯੂਰੀਆ ਪਾਈ ਨਹੀਂ ਤੇ ਚੌਕੀ ਕੀਤੀ ਰੱਖੀ। ਅੱਛਾ ਚੌਕੀ ਯੂਰੀਆ ਵੀ ਕੋਈ ਨਹੀਂ ਪਾਉਂਦੇ ਹੋ? ਯੂਰੀਆ ਵੀ ਘੱਟ ਪਾਉਂਦੇ। ਅੱਛਾ ਪੋਟਾਸ਼ ਵੀ ਤੁਸੀਂ ਨਹੀਂ ਪਾਉਂਦੇ, ਯੂਰੀਆ ਵੀ ਨਹੀਂ ਪਾਉਂਦੇ? ਜ਼ਿਆਦਾਤਰ ਨਾਈਟ੍ਰੇਟ ਜਿਹੜਾ। ਅੱਛਾ ਤੇ ਤੁਹਾਡਾ ਪਾਣੀ ਤੁਹਾਡੇ ਨਹਿਰੀ ਪਾਣੀ ਲੱਗਦਾ ਹੈ? ਨਹਿਰੀ ਪਾਣੀ ਲੱਗਦਾ, ਉਹਦੀ ਵਜ੍ਹਾ ਨਾਲ ਤੁਹਾਨੂੰ ਪੋਟਾਸ਼ ਦੀ ਬਚਤ। ਤੁਹਾਨੂੰ ਆਪ ਨੂੰ ਪਤਾ ਹੈ ਕਿ ਉਹ ਨਹਿਰ ਵਾਲੇ ਤੇ ਬੋਰ ਵਾਲਾ ਪਾਣੀ ਉਹ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਅੱਛਾ ਅੱਛਾ ਠੀਕ ਹੈ ਜੀ। ਤੇ ਜਿਸ ਟਾਈਮ ਤੁਸੀਂ ਇਹਨੂੰ ਲਾਉਂਦੇ ਨੇ ਉਸ ਤੋਂ ਬਾਅਦ ਕਿਤਨੇ ਦਿਨ ਬਾਅਦ ਇਹਦੀ ਜਰਮੀਨੇਸ਼ਨ ਹੋ ਜਾਂਦੀ ਹੈ? ਤਕਰੀਬਨ 3 ਤੋਂ 4 ਦਿਨਾਂ ਬਾਅਦ ਜਿਹੜਾ ਨੇ, ਅਗਰ ਜਿਹੜਾ ਸਹੀ ਮੌਸਮ ਵਿੱਚ ਲੱਗੇ ਹਾਂ ਉਹ 3 ਤੋਂ 4 ਦਿਨਾਂ ਬਾਅਦ ਫੌਰਨ ਬਾਹਰ ਨਿਕਲਣ ਲੱਗ ਪਈ ਸੀ। ਅੱਛਾ ਹੁਣ ਤੁਸੀਂ ਸਾਨੂੰ ਐਗਜ਼ੈਕਟ ਅੱਛਾ ਟਾਈਮ ਜਿਹੜਾ ਉਹ ਦੱਸੋ, 10ਵੇਂ ਮਹੀਨੇ ਲਾਈਏ 9ਵੇਂ ਮਹੀਨੇ ਲਾਈਏ? ਇਹ ਤਕਰੀਬਨ ਜਿਹੜਾ ਨਾ 9ਵੇਂ ਦੀ ਐਂਡ ਵਿੱਚ ਲੱਗ ਜਾਵੇ ਜਾਂ 10ਵੇਂ ਦੀ ਸ਼ੁਰੂ ਵਿੱਚ ਲੱਗ ਜਾਵੇ। ਬਸ ਤੁਸੀਂ ਇੰਜ ਕਰੋ, ਉਸ ਤੋਂ ਪਹਿਲੇ ਅਗਰ ਲਾਸ ਕੋਈ ਤੂੰ ਛੋਟੀ ਜਿਹੀ ਪੋਥੀ ਪਾਟ ਦੇ ਨਾਲ ਉਹਦੇ ਦੱਸੋ ਵੀ ਆਹ ਡਾਲੀ ਏ ਬਸ ਛੋਟਾ ਸਾਡਾ ਖੈਰ ਹੈ ਸੀ ਤੇ ਆ ਵੇਖੋ ਨਾ। ਹਾਂਜੀ ਅੱਛਾ ਆ ਗਈ ਸੀ। ਇਹਨੂੰ ਲਾਉਣਾ ਕਿਹੜੇ ਰੁੱਖ ਹੈ ਸੀ? ਇਹਨੂੰ ਲਾਉਣਾ ਇਸ ਤਰ੍ਹਾਂ ਇਹ ਵੇਖੋ, ਇਹਨੂੰ ਥੱਲੇ ਇਸ ਤਰ੍ਹਾਂ ਜ਼ਮੀਨ ਦੇ ਅੰਦਰ ਆ ਜਿਹੜੀ ਨੋਕ ਹੈ ਉੱਤੇ, ਇਹ ਉੱਤੇ ਇਹ ਜਿਹੜੇ ਇਹਦਾ ਮੋਢ ਵਾਲੀ ਸਾਈਡ ਹੈ ਨਾ ਉਹ ਥੱਲੇ ਲੱਗਣੀ। ਅਗਰ ਉਲਟੀ ਲਾ ਦਿੱਤੀ ਇਹਨੇ ਕੋਈ ਨਹੀਂ ਹੋਣਾ। ਅੱਛਾ ਠੀਕ ਹੈ। ਜੇ ਉਸੇ ਵੀ ਤਾਂ ਬਿਲਕੁਲ ਇਹਨੇ ਗੱਡੀ ਨਹੀਂ ਬਣਾਉਣੀ। ਅੱਛਾ ਜਿਸ ਟਾਈਮ ਮੰਡੀ ਜਾਂਦਾ ਸੀ ਉਸ ਟਾਈਮ ਗੁਲਾਬੀ ਦਾ ਤੇ ਸਫੈਦ ਦਾ ਰੇਟ ਇੱਕੋ ਹੁੰਦਾ? ਹਾਂਜੀ ਜਿਸ ਟਾਈਮ ਮੰਡੀ ਲੈ ਜਾਂਦੇ ਨੇ ਉਸ ਟਾਈਮ ਗੁਲਾਬੀ ਦਾ ਤੇ ਸਫੈਦ ਦਾ ਰੇਟ ਇੱਕੋ ਹੁੰਦਾ? ਨਹੀਂ ਇਹ ਜਿਹੜਾ ਹੁੰਦਾ ਨਾ ਗੁਲਾਬੀ ਇਹ ਮਹਿੰਗਾ ਵਿਕਦਾ। ਅੱਛਾ ਗੁਲਾਬੀ ਮਹਿੰਗਾ ਵਿਕਦਾ ਹੈ। ਇਹ ਤਕਰੀਬਨ ਸਫੈਦ ਤੋਂ ਮਹੀਨਾ ਪਹਿਲੇ ਇਹਦੀ ਪਟਾਈ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਸੀ, 1 ਮਹੀਨਾ ਪਹਿਲੇ? ਹਾਂ 1 ਮਹੀਨਾ ਪਹਿਲੇ। ਜਿਹੜਾ ਸਫੈਦ ਹੈ ਇਹ ਕਣਕ ਦੇ ਤਕਰੀਬਨ ਜਿਸਲੇ ਕਣਕ ਤਿਆਰ ਹੋ ਜਾਂਦੀ ਉਸਲੇ ਤਿਆਰ ਹੋ ਜਾਂਦਾ। ਅੱਛਾ ਠੀਕ। ਅੱਛਾ ਉਸ ਤੋਂ ਬਾਅਦ ਜਿਸ ਪਹਿਲਾ ਪਾਣੀ ਲੱਗ ਗਿਆ ਦੂਜਾ ਪਾਣੀ ਕਿਤਨੇ ਦਿਨ ਲਾਉਂਦੇ ਹੋ? ਦੂਜਾ ਪਾਣੀ ਜਿਹੜਾ ਲਾ ਸੀ ਉਹਨੂੰ ਪਤਾ ਜਿਸਲੇ ਜ਼ਮੀਨ ਥੋੜੀ ਜਿਹੀ ਖੁਸ਼ਕ ਹੋਈ ਹਾਂ ਉਸਲੇ ਯਾਨੀ ਕਿ ਚੌਥੇ ਦਿਨ 5ਵੇਂ ਦਿਨ 6ਵੇਂ ਦਿਨ ਤੱਕ ਜਿਸਲੇ ਥੋੜੀ ਜਿਹੀ ਸਫੈਦ ਰੰਗ ਹੋ ਸੀ ਉਹ ਆਪੇ ਹੀ ਆਪਾਂ ਨੂੰ ਪਤਾ ਲੱਗ ਜਾਂਦਾ। ਤੇ ਦੂਜੇ ਪਾਣੀ ਤੇ ਵੀ ਤੁਸੀਂ ਉਹਨੂੰ ਕੋਈ ਖੁਰਾਕ ਸ਼ੁਰੂ ਕਰਦੇ ਨਹੀਂ? ਉਹ ਨਹੀਂ ਕਰਦੇ ਹੁੰਦੇ ਸੀ? ਠੀਕ ਹੈ ਜੀ। ਅੱਛਾ ਉਸ ਤੋਂ ਬਾਅਦ ਵਿੱਚ ਹੈ ਜੀ ਤੁਸੀਂ ਜਿਹੜੀ ਬੂਟੀ ਵਾਸਤੇ ਤਾਂ ਪੈਂਡੀ ਕਰ ਦਿੱਤਾ, ਖੁਸ਼ਕ ਜ਼ਮੀਨ ਤੇ ਕਰਤਾ, ਉਤੋਂ ਪਾਣੀ ਲਾ ਦਿੱਤਾ। ਉਸ ਇਲਾਵਾ ਇਹਨੂੰ ਜ਼ਹਿਰ ਕਿਹੜੀ ਇਸਤੇਮਾਲ ਕਰਦੇ ਹੋ? ਅਸੀਂ ਤਾਂ ਕਲੋਰੀ ਫਲੱਡ ਕਰਨੇ ਆ। ਜਿਹੜੀ ਕਲੋਰੀ ਕਿਸ ਵਾਸਤੇ ਕਰਦੇ ਨੇ? ਇਹਦੀਆਂ ਮੁੱਛਾਂ ਨੂੰ ਥੱਲੋਂ ਜਿਹੜਾ ਨਾ ਸੁੰਡੀ ਪੈਂਦੀ, ਜੜ ਨੂੰ ਪੈਂਦੀ ਹੈ। ਹਾਂ ਜੜ ਨੂੰ ਥੱਲੋਂ ਜਿਹੜਾ ਨਾ ਇਹ ਸੁੰਡੀ ਪੈ ਜਾਂਦੀ। ਅੱਛਾ ਇਹਨੂੰ ਇਹ ਖਾਸੀ ਇਹ ਸੁੱਕ ਜਾਂਦੀ। ਅੱਛਾ ਅੱਛਾ ਇਹ ਇੱਕੋ ਡਾਲੀ ਜਿਹੜੀ ਲੱਗੀ ਹੋਈ ਸੀ ਨਾ ਇਹ ਲੱਗੀ ਹੋਈ ਤੇ ਬੜਾ ਅਟੈਕ ਕਰਦਾ। ਜਿਸ ਇੱਥੇ ਹੀ ਤੋਂ ਸੀ ਨਾ ਹਾਂ ਉਸਲੇ ਬੜਾ ਅਟੈਕ ਕਰ ਸੀ। ਜਿਸਲੇ 2-3 ਭੁੱਕਾਂ ਬਣਾ ਸੀ ਨਾ ਇਹ ਬੜਾ ਅਟੈਕ ਕਰ ਸੀ। ਉਸ ਟਾਈਮ ਉਹ ਇਹਨੂੰ ਖਾਸੀ ਤੋਂ ਉੱਤੋਂ ਸਾਰਾ ਸੜਦਾ ਜਾ ਸੀ। ਅੱਛਾ ਜਿਸ ਟਾਈਮ ਹਾਂ ਯਾ ਉੱਤੋਂ ਪੀਲਾ ਰੰਗ ਹੋ ਸੀ ਐਵੇਂ ਸਮਝੋ ਇਹਨੂੰ ਇਹ ਖਾ। ਅੱਛਾ ਜਿਸ 2-3 ਇੰਚ ਦਾ ਹੋ ਜਾਵੇ ਉਸ ਟਾਈਮ ਬੜਾ ਅਟੈਕ ਹੁੰਦਾ, ਬਹੁਤ ਜ਼ਿਆਦਾ ਹੁੰਦਾ। ਜ਼ਿਆਦਾ ਅਟੈਕ ਹੁੰਦਾ ਤੇ ਯਾ ਜਿਸਲੇ ਗੱਡੀ ਬਣਾ ਜਾਂਦਾ। ਜਿਸ ਟਾਈਮ ਗੱਡੀ ਬਣਾਵੇ ਵੀ ਹੁੰਦੇ ਤੇ 2 ਟਾਈਮ ਹੁੰਦੇ ਵਿੱਚ 2 ਟਾਈਮ ਹੁੰਦੇ ਵਿੱਚ ਤਾਂ ਸਰਦੀ ਪਵਣ ਲੱਗ ਪੈਂਦੀ ਉਸਲੇ ਤੋਂ ਉਹਨੂੰ ਮੁੜ ਕੇ ਬਾਹਰ ਨਿਕਲਣ ਦੀ ਗੁੰਜਾਇਸ਼ ਹੀ ਨਹੀਂ ਹੁੰਦੀ। ਅੱਛਾ ਮੁਕੰਮਲ ਖਾਦ ਜਿਹੜੀ ਤੁਹਾਡੀ ਐ ਸੀ
तुसां कितनी दी आप खुद कितनी देंदे ने मुकम्मल खाद भी 2 थैले DAP 2 थैले DAP दो बाकी पा दियो, यूरिया पा दियो, नाइट्रेट पा दियो, यूरिया पा दियो, बस। जिंक दी कदे? जिंक नहीं असी ने इस्तेमाल कदे कीती। अच्छा, होमिक एसिड कदे कोई चीज़ नहीं और कोई चीज़ उत्ते कोई टॉनिक कीता स्प्रे? ना, तो भी कदे नहीं कीता। अच्छा ठीक है जी। थ्रिप्स वास्ते नु थ्रिप्स दी एक मरज आंदी है सी। थ्रिप्स ਉਹ ਕਿਸ ਕਿਸਮ ਦੀ ਬਰੀਕ ਜੀ ਹੁੰਦੀ ਏ ਸੀ ਜਿਹੜੀ ਇਹਦੇ ਤੇ ਜੂੰ ਤਰ੍ਹਾਂ ਹੁੰਦੀ ਹੈ। ਨਹੀਂ ਉਹ ਕੀ ਅਟੈਕ ਕਰਸੀ ਤਾਂ ਫਸਲ ਦੇ ਉੱਤੇ ਕੀ ਨਮਾਇਆ ਹੁੰਦਾ ਹੈ ਕਿ ਆ ਇਹਨੂੰ ਮਰ ਉਹ ਉਤੋਂ ਖਾਂਦੀ ਹੈ ਪੱਤਾ ਥੋੜਾ ਥੋੜਾ ਚਟਦੀ ਹੈ ਸੀ। ਮੈਨੇ ਕੋਈ ਚੀਜ਼ ਕੋਈ ਨਹੀਂ ਕਦੇ ਨਹੀਂ ਆਈ ਸੀ। ਅੱਛਾ ਜੀ। ਤੇ ਜਲਸਾਓ ਉਹ ਜਲਸਾਓ ਜਿਹੜਾ ਹੈ ਉਹ ਮੌਸਮ ਅੱਜ ਜਿਵੇਂ ਬਦਲਦਾ ਰਹਿੰਦਾ ਹੁਣ ਜਿਸਲੇ ਤਿਆਰ ਹੋਣ ਤੋਂ ਇਹ ਤਕਰੀਬਨ ਜਿਸਲੇ ਤੁਸੀਂ ਆਇਆ ਨੇ ਉਹ ਅਗਲੀ ਵੀਡੀਓ ਮੈਂ ਤੁਹਾਨੂੰ ਬਣਾਈ ਹਾਂਜੀ ਉਸ ਟਾਈਮ ਇਹ ਉਤੋਂ ਥੋੜਾ ਥੋੜਾ ਪੀਲਾ ਹੋਇਆ ਖੜਾ ਹੈ। ਉਹ ਸਿਰਫ ਮੌਸਮ ਬਦਲੇ ਜੇ ਗਰਮੀ ਆ ਗਈ ਯਕਦਮ ਠੰਡ ਹੋ ਗਈ ਉਹਦੇ ਵਿੱਚ ਉਤੋਂ ਬੂਕਾਂ ਰੰਗ ਚੇਂਜ ਕਰ ਦਿੰਦੇ ਨੇ ਵਰਨਾ ਇਹਨੂੰ ਕੁਝ ਨਹੀਂ। ਅੱਛਾ ਇਹ ਜਿਹੜੀ ਅੱਜ ਤੁਸੀਂ ਵੈਰਾਈਟੀ ਬੱਗੀ ਬੋਲਦੇ ਨੇ ਇਹਨੂੰ 756 ਆਖਦੇ ਨੇ ਜਿਹਨਾਂ ਦਾ ਬਾਹਰ ਮਾਰਕੀਟ ਵਿੱਚ ਨਾਮ ਹੈ, ਤੁਸੀਂ ਬਸ ਸਫੈਦ ਹੀ ਬੋਲਦੇ ਨੇ? ਅਸੀਂ ਤੈਨੂੰ ਸਫੈਦ ਹੀ ਆਖਦੇ ਹਾਂ। ਅੱਛਾ ਜੀ ਠੀਕ ਹੈ। ਤੇ ਇਹਦੇ ਜਿਹੜਾ ਜਿਸ ਟਾਈਮ ਪੱਕ ਜਾਂਦਾ ਹੈ ਸੀ ਹਾਂਜੀ ਇਹਦਾ ਪੱਕਣ ਦੀ ਨਿਸ਼ਾਨੀ ਕੀ ਹੈ? ਪੱਕਣ ਦੀ ਨਿਸ਼ਾਨੀ ਇਹ ਹੈ ਕਿ ਉੱਤੋਂ ਇਹਦੇ ਗੰਢੀ ਨਿਕਲ ਆਉਂਦੀ। ਉੱਤੋਂ ਕਿੱਥੇ ਗੰਢੀ ਨਿਕਲਦੀ ਉਹ ਵਿਖਾਓ ਸਾਨੂੰ ਗੰਢੀ ਜਿਹੜੀ ਨਿਕਲਦੀ ਹੈ ਸੀ। ਤਾਂ ਬੜੀਆਂ ਆ ਵੇਖ ਲਓ ਆ ਸਾਹਮਣੇ। ਅੱਛਾ ਬਿਲਕੁਲ ਸ਼ੋ ਕਰ ਦਿਓ ਇਹ ਕਿਸੇ ਨੂੰ ਸ਼ੱਕ ਨਾ ਰਵੇ। ਆ ਵੇਖੋ ਆ ਗੰਢੀ ਨਿਕਲ ਪਈ ਇਹ ਲਾਲ ਦੇ ਪੱਕਣ ਦੀ ਨਿਸ਼ਾਨੀ। ਅੱਛਾ ਇਹ ਪੱਕ ਗਿਆ ਇਹ ਆ ਜਿਹੜਾ ਲਾਲ। ਅੱਛਾ ਲਾਲ ਹੈ ਸੀ ਇਹ ਆ ਜਿਹੜੀ ਆ ਗੰਢੀ ਨਿਕਲ ਆਂਦੀ ਆ ਜਿਹੜੀ ਇਹ ਵੀ ਬਿਲਕੁਲ। ਅੱਛਾ ਇਹ ਨਿਕਲ ਆਈ ਸੀ ਉਸ ਟਾਈਮ ਮਹਿਸੂਸ ਹੋ ਗਿਆ ਕਿ ਹੁਣ ਤਿਆਰ ਇਹ ਵੀ ਹੁਣ ਇਹਦਾ ਤਿਆਰ ਹੈ। ਇਹਦਾ ਵੀ ਤਿਆਰ ਹੈ ਸੀ। ਇਹ ਦੂਸਰਾ ਇਹ ਜਿਹੜੀ ਇਹ ਗੰਢੀ ਨਿਕਲੀ ਉੱਤੇ ਇਹ ਕੰਮ ਇਹ ਦੇ ਸਕਦੀ ਹੈ ਖਾਵਣ ਦੇ? ਇਹ ਖਾਵਣ ਨੂੰ ਤੇ ਇਹ ਵੀ ਥੂਮ ਹੀ ਹੈ ਥੱਲੇ। ਅੱਛਾ ਥੂਮ ਹੈ ਸੀ। ਤੇ ਇਹ ਸਫੈਦ ਦੇ ਵੀ ਨਿਕਲਦੀ ਐਵੇਂ ਗੰਢੀ? ਇਹ ਸਫੈਦ ਦੇ ਤੋਂ ਨਿਕਲਦੀ ਹੈ ਜਾਵੇ ਕਈਆਂ ਦੇ ਹੁੰਦੀ ਹੈ। ਇਹ ਸਫੈਦ ਆਮ ਨੇ ਕੱਢਦਾ। ਅੱਛਾ ਆਮ ਸਫੈਦ ਨਹੀਂ ਕੱਢਦਾ। ਸਫੈਦ ਆਮ ਨੇ ਠੀਕ ਹੈ ਜੀ। ਅੱਛਾ ਜੀ ਜਿਹੜੀ ਹੈ ਗੁਲਾਬੀ ਹੈ ਸੀ ਉਹ ਉੱਤੇ ਇੱਕ ਗੰਢੀ ਨਿਕਲਦੀ ਹੈ ਤੁਹਾਨੂੰ ਵਿਖਾਈਏ ਇਹ ਭੂਕ ਦੇ ਉੱਤੇ ਜਾਂਦੀ ਉਹ ਵੀ ਇਸੇ ਤਰੀਕੇ ਇੱਕ ਬਣੀ ਹੁੰਦੀ ਜਿਵੇਂ ਆਪਣਾ ਲਸਣ ਹੈ ਗੰਢੀਆਂ ਉਸ ਟਾਈਮ ਦੀ ਤਸੱਲੀ ਹੋ ਜਾਂਦੀ ਹੈ ਕਿ ਇਹ ਪੱਕ ਗਿਆ। ਜਿਹੜਾ ਸਫੈਦ ਹੈ ਉਹ ਕੋਈ ਕੱਢਦਾ ਹੈ ਆਮ ਨਹੀਂ ਕੱਢਦਾ। ਇਹ ਸਿਰਫ ਹਾਂ ਉਹ ਇਹਦੀ ਨਿਸ਼ਾਨੀ ਇਹ ਹੈ ਸੀ ਇਹਦੇ ਪੱਕਣ ਦੀ। ਅੱਛਾ ਹੁਣ ਇਸ ਤੋਂ ਬਾਅਦ ਵਿੱਚ ਆ ਗਿਆ ਜੀ ਅਸਲ ਸਾਰੀ 6 ਮਹੀਨੇ ਮਿਹਨਤ ਕਰਨ ਤੋਂ ਬਾਅਦ ਅਸਲ ਰਿਜ਼ਲਟ ਜਿਹੜਾ ਹੈ ਆਮਦਨ ਦਾ। ਆਮਦਨ ਕਿਤਨੀ ਇਹ ਕਿਤਨੇ ਆਪਾਂ ਪਹਿਲੇ ਕਰ ਲਈਏ ਸੀ ਕਿਤਨੇ ਥੈਲੇ ਨਿਕਲ ਜਾਂਦੇ ਨੇ ਇੱਕ ਮਰਲੇ ਚੋਂ ਕਿਤਨਾ ਨਿਕਲ ਜਾਂਦਾ ਹੈ ਕਿਤਨੇ ਕਿਲੋ ਕਿਤਨੇ ਮਣ ਨਿਕਲਦਾ ਹੈ ਇੱਕ ਮਰਲੇ ਚੋਂ? ਇਹ ਹੁਣ ਬਕਾਇਆ ਤਾਂ ਮੈਂ ਦੱਸਣਾ ਨਹੀਂ ਤੇ ਨਾ ਮੈਨੂੰ ਕੋਈ ਕਿਸੇ ਦਾ ਪਤਾ ਹੈ। ਅੱਛਾ ਨਹੀਂ ਤੁਸੀਂ ਆਪਣਾ ਦੱਸਣਾ ਆਪਣਾ। ਮੇਰਾ ਤਕਰੀਬਨ 1.5 ਮਣ ਨਿਕਲ ਜਾਂਦਾ ਮਰਲੇ ਦੇ ਵਿੱਚ। 1.5 ਮਣ ਤੁਹਾਡਾ ਮਰਲੇ 1.5 ਪੌਣੇ 2 ਮਣ। ਅੱਛਾ ਜਿਹੜਾ ਹੁਣ ਮੈਂ ਆ ਜਿੰਦਾ 20 ਪਿਆ ਨਾ ਹਾਂ ਇਹੋ ਮੇਰਾ 1.5 ਤੋਂ ਪੌਣੇ 2 ਮਣ ਜਿਹੜਾ ਇਹ ਬਾਈ ਨੂੰ ਕਰੋ ਲੈ ਇਧਰ ਲਿਆ ਅਗਰ ਲਿਆ ਜੀ ਸਰ। ਅੱਛਾ ਆਮਦਨ ਦਾ ਆ ਗਿਆ ਜੀ ਮਾਮਲਾ ਵੀ ਇੱਕ ਮਰਲੇ ਚ ਤੁਸੀਂ 1.5 ਮਣ ਕਰ ਲਿਆ ਪੌਣੇ 2 ਮਣ 1.5 ਤੋਂ ਪੌਣੇ 2 ਮਣ ਥੱਲੇ ਗੰਢੀ ਬਸ਼ਰਤੇ ਗੰਢੀ ਪਾਉਣ ਨਾਲ ਹੈ। ਅੱਛਾ ਗੰਢੀ ਪਾਉਣ ਠੀਕ ਹੈ ਜੀ। ਅੱਛਾ ਜੀ 1 ਏਕੜ ਦੇ ਵਿੱਚ 160 ਮਰਲਾ ਹੁੰਦਾ ਹੈ। 160 ਮਰਲਾ ਹੁੰਦਾ ਹੈ। 150 ਤੇ 90 ਉਹ ਕਿੰਨਾ ਹੋ ਗਿਆ 200 ਤੇ 40 ਮਣ ਹੈ ਯਾਨੀ ਕਿ 250 ਮਣ 2 ਤੋਂ 250 ਮਣ ਜਿਹੜਾ ਨੇ ਇਹ ਆਸਾਨ ਨਹੀਂ ਹੋ ਸਕਦਾ। ਜਿਹੜੇ ਲੋਕ ਆਖਦੇ ਨੇ 400 ਮਣ 500 ਮਣ ਤੇ ਝੂਠ ਬੋਲਦੇ ਨੇ ਸਾਰਾ ਝੂਠ ਮਾਰ। ਅੱਛਾ ਗੁਲਾਬੀ ਇਸ ਨੂੰ ਥੋੜੇ ਕਮ ਨਿਕਲਦਾ ਹੈ? ਨਹੀਂ ਗੁਲਾਬੀ ਵਜ਼ਨ ਇਹਨਾਂ ਦਾ। ਅੱਛਾ ਇਹਨਾਂ ਦੇ ਸੀ ਠੀਕ ਹੈ ਬਿਲਕੁਲ ਵਜ਼ਨ ਦੇ ਸੀ ਵਜ਼ਨ ਬਰਾਬਰ ਹੋ ਸੀ ਇਹਨਾਂ। ਅੱਛਾ ਠੀਕ ਹੈ ਜੀ। ਇਹ ਹੁੰਦਾ ਹੈ ਹਕੀਕਤ ਹੈ ਕਿ 200 ਤੋਂ 250 ਮਣ ਇਹ ਨਿਕਲਦਾ ਹੈ ਇਤਨੀ ਮਿਹਨਤ ਕਰਨ ਨਾਲ। ਬਾਕੀ ਰਹਿ ਗਿਆ ਜੀ ਰੇਟ ਉਹ ਹੈ ਰੇਟ ਮੁਕੱਦਰ ਦਾ। ਲੇਕਿਨ ਤੁਸੀਂ ਇਸ ਸਾਲ ਜਿਹੜਾ ਸੇਲ ਕੀਤਾ ਹੈ ਜੇ ਸਾਨੂੰ ਉਹ ਤੁਸੀਂ ਇਸ ਸਾਲ ਦਾ ਦੱਸੋ ਅਗਲੇ ਪਿਛਲੇ ਸਾਲਾਂ ਦਾ ਨਹੀਂ ਦੱਸਣਾ। 8 ਤੋਂ ਲੈ ਤੇ 500 ਤੱਕ ਜਿਹੜਾ ਇਹ ਇੱਕ 5 ਕਿਲੋ ਦੀ 5 ਕਿਲੋ ਧੜੀ ਅਸੀਂ ਉਹਨੂੰ ਧੜੀ ਬੋਲਨੇ। ਅੱਛਾ ਅਗਰ 800 ਨੂੰ ਹੋਵੇ ਤੇ 8 5 40 ਯਾਨੀ ਕਿ 4000 ਦਾ ਮਣ ਗਿਆ। ਕਿਉਂ 864 6500 ਦਾ 6400 ਦਾ। ਅੱਛਾ ਜਦ ਤੁਸੀਂ 5000 ਹੀ ਕਰ ਲਓ ਜੀ 5000 ਹਾਂ ਮੈਕਸਿਮਮ ਕਰ ਲਓ 5000 ਰੁਪਇਆ। ਇਹ ਤੁਸੀਂ 5000 ਨੂੰ ਮਣ ਵੇਚਤਾ ਔਸ ਤੇ ਪੈ ਗਈ ਤੇ ਆਪਣਾ ਇਹ ਹੋ ਗਿਆ 200 ਮਣ ਕਿੱਲੇ ਚੋਂ ਨਿਕਲੇ 200 ਮਣ ਦਾ 10 ਲੱਖ ਦਾ ਤਾਂ ਸੇਲ ਹੋ ਜਾਂਦਾ ਕਿੱਲਾ। ਇਸ ਸਾਲ ਹੋਇਆ ਲੋਕਾਂ ਦਾ? ਮੇਰੇ ਵਾਲਾ ਤਾਂ ਹੋ ਗਿਆ ਉਸੇ ਤੁਹਾਡੇ ਵਾਲਾ ਹੋ ਗਿਆ ਐਸੀ? ਹਾਂ ਦਾ ਤਾਂ ਨਹੀਂ ਹੋਇਆ ਉਸੇ। ਹਾਂ ਤਕਰੀਬਨ 8 ਦਿੱਤਾ ਐਵਰੇਜ 8 ਦੀ ਐਵਰੇਜ ਦੇ ਗਿਆ ਸੀ ਠੀਕ ਹੈ ਸੀ। ਤੇ 8 ਦੀ ਐਵਰੇਜ ਤੇ ਜੀ ਬੜੀ ਹੋਰ ਕਿਸੇ ਫਸਲ ਵਿੱਚ ਨਹੀਂ ਆ ਸਕਦੀ। ਉਹ ਤਾਂ ਮੁੜ ਹੋਰ ਕੋਈ ਚੀਜ਼ ਹੀ ਇੰਨੀ ਤਾਂ ਨਹੀਂ ਆਉਂਦੀ ਨਾ ਹੀ ਇਹਨਾਂ ਵਜ਼ਨ ਨਿਕਲਦਾ। ਅੱਛਾ ਠੀਕ ਹੈ ਸੀ ਜੀ।
8 ਤੱਕ ਐਸੇ ਅਗਰ ਮਿਹਨਤ ਕਰੀਏ ਤੇ ਅਗਰ ਰੇਟ ਇਹ ਤੁਹਾਡਾ 500 ਨੂੰ 400 ਯਾਨੀ ਕਿ 4000 ਨੂੰ ਮਣ ਵੇ 3000 ਨੂੰ ਵੀ ਮਣ ਵਿਕ ਜਾਵੇ ਮਿਹਨਤ ਕੀਤੀ ਹੋਏ ਤੇ ਫਿਰ ਵੀ 4 ਤੋਂ 5 ਲੱਖ ਦਾ ਤਾਂ ਆਸਾਨੀ ਨਾਲ ਹੈ ਆਰਾਮ ਨਾਲ ਹੋ ਜਾਂਦਾ। ਅੱਛਾ ਇਹਦੇ ਤੇ ਅਖਰਾਜਾਤ ਹੁਣ ਕਿਤਾ ਆ ਗਏ ਐਂਡ ਤੇ ਹੁਣ ਬੀ ਕੀ ਰੇਟ ਚੱਲ ਰਹੀ ਹੈ ਜਿਸ ਟਾਈਮ ਬੀ ਦਾ ਰੇਟ ਹੁਣ ਦਾ ਦੱਸਣਾ ਹੈ ਜਿਸ ਟਾਈਮ ਬੀ ਰੇਟ ਲੱਗਣਾ ਹੈ ਸੀ ਉਸ ਟਾਈਮ ਕਿੰਨਾ ਇਹ ਰੇਟ ਹੁਣ ਤਕਰੀਬਨ ਜਿਹੜਾ ਨਾ 300 ਤੋਂ ਘੱਟ ਕਿਲੋ ਨਹੀਂ ਲੱਭਣਾ ਹੈ 1500 ਤੋਂ ਧੜੀ ਘੱਟ ਬਿਲਕੁਲ ਨਹੀਂ। ਅੱਛਾ ਯਾਨੀ ਕਿ ਧੜੀ ਘੱਟ ਇਹ 12000 ਦਾ ਮਣ ਪੈ ਜਾ ਹਾਂ 12000 ਤੋਂ ਘੱਟ ਮਣ ਜਿਹੜਾ ਹੈ ਨਾ ਹੁਣ ਨਹੀਂ ਲੱਭਣਾ। ਅੱਛਾ ਅਗਰ 8 ਮਣ ਲਾਈਏ 12000 ਰੁਪਏ ਦੇ ਹਿਸਾਬ ਨਾਲ 12 96 96000 ਦਾ ਬੀ ਹੈ ਕਿੱਲੇ ਚ ਤੇ 96000 ਤੁਸੀਂ ਖਰਚਾ ਕਰ ਲਓ ਆ ਤੇ 96000 ਹੀ 2 ਲੱਖ 96 ਨਹੀਂ ਹੁੰਦਾ ਨਹੀਂ ਕਿੱਥੇ ਖਰਚਾ 96। ਅੱਛਾ ਚਲੋ ਥੋੜਾ ਹੁੰਦਾ 50 ਦਾ ਤਾਂ ਖਰਚਾ ਹੈ ਬਾਕੀ ਮੁੜ ਕੀ ਹੈ ਚਾਰ ਤੇ ਲੈ ਗੋ ਖਾਦ ਤੇ ਪੈ ਜਾ ਸਕ ਨਹੀਂ ਤਾਂ ਲਵਾਈ ਵੀ ਤੇ ਨਾ ਜੀ 16000 ਕਿ 17000 18000 ਤਾਂ ਲਵਾਈ ਲੈਂਦੇ ਨੇ ਬੰਦੇ ਉਹ ਤੂੰ ਸਾਰੀ ਲਾ ਲੈ 2 ਲੱਖ ਹੈ ਖਰਚਾ 2 ਲੱਖ ਖਰਚਾ ਟੋਟਲ ਹੈ ਤੇ 2 ਲੱਖ ਨਾਲ ਤੁਹਾਨੂੰ ਇਹ 2 ਤੋਂ 2.5 3 ਲੱਖ ਨਾਲ ਮੁਨਾਫਾ ਦੇ ਸਕਦਾ ਹੈ ਅਗਰ ਰੇਟ ਅਸਲੋਂ ਨਾਰਮਲ ਹੋਵੇ ਤੇ ਨਾਰਮਲ ਹੋਵੇ ਤੇ ਬਿਲਕੁਲ 2.5 ਤੇ ਵਰਨਾ ਰੇਟ ਜਿਵੇਂ ਹੁਣ ਹੈ ਇਸ ਹਿਸਾਬ ਨਾਲ ਤੁਹਾਨੂੰ ਬਚਤ ਜਿਹੜੀ ਹੈ ਨਾ ਪਰ ਏਕੜ ਉਹ 5 4 ਲੱਖ 5 ਲੱਖ 6 ਲੱਖ ਆ ਸਕਦੀ ਹੈ ਇਨਸ਼ਾਅੱਲਾ। ਅੱਛਾ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜੀ ਆਪਣਾ ਜਿਹੜਾ ਹੈ ਸੀ ਮਾਸ਼ਾਅੱਲਾ ਤੁਸੀਂ ਤੇ ਬੜੇ ਤੁਹਾਡੇ ਕੋਲ ਬੀ ਪਿਆ ਹਾਂ ਬੀ ਰੱਖਣ ਦਾ ਆਖਿਰਕਾਰ ਆ ਗਈ ਕਿ ਬੀ ਲੋਕਾਂ ਨੇ ਬੜੇ ਸਟੈਂਡ ਬਣਾਏ ਹੋਏ ਸੀ ਬੜੀ ਉਲਝਣ ਨੂੰ ਪਏ ਨੇ ਵੀ ਬੀ ਨੂੰ ਅਸੀਂ ਕਿਵੇਂ ਰੱਖੀਏ ਤੁਸੀਂ 40 ਤੋਂ 45 ਸਾਲ ਦਾ ਅਰਸਾ ਹੋ ਗਿਆ ਤੇ ਇਸ ਹਿਸਾਬ ਨਾਲ ਬੀ ਰੱਖ ਰਹੇ ਜਰਮੀਨੇਸ਼ਨ ਵਿੱਚ ਕੋਈ ਫਰਕ ਨਹੀਂ ਪਿਆ ਬਿਲਕੁਲ ਨਹੀਂ ਪੈਂਦਾ ਕੋਈ ਨਹੀਂ ਬਿਲਕੁਲ ਐਵੇਂ ਪੋਥੀਆਂ ਬਣੀਆਂ ਹੁੰਦੀਆਂ ਸੀ ਐਵੇਂ ਅੱਛਾ ਇਹ ਬਣੀਆਂ ਹੋਈਆਂ ਇਸੇ ਤਰ੍ਹਾਂ ਹੀ ਅਸੀਂ ਤੇ ਰੱਖਨੇ ਆ। ਅੱਛਾ ਨਾ ਕਦੇ ਕੋਈ ਇਹਨੇ ਡਰਾਮਾਬਾਜ਼ੀ ਕੀਤੀ ਨਾ ਕੋਈ ਟੰਗਣ ਵਾਲਾ ਤੇ ਨਾ ਕੋਈ ਅਸੀਂ ਆਦਾ ਸ਼ੈੱਡ ਬਣਾਇਆ। ਇਹ ਦੇਖੋ ਨਾ ਜੀ ਅਗਰ ਤੁਸੀਂ ਇਸੇ ਤਰੀਕੇ ਰੱਖਦੇ ਹੋ ਤੁਹਾਡੀ ਜਰਮੀਨੇਸ਼ਨ ਹੁੰਦੀ ਹਕੀਕਤ ਇਹ ਹੈ ਲੋਕ ਕੋ ਟੰਗਦੇ ਨੇ ਕੋਈ ਸ਼ੈੱਡ ਬਣੇ ਹੋਏ ਨੇ ਕੋਈ ਪੱਖੇ ਲੱਗੇ ਹੋਏ ਨੇ ਬੜਾ ਹੈ ਡਰਾਮਾਬਾਜ਼ੀ ਉਹਦੇ ਤੇ ਅਖਰਾਜਾਤ ਬਣੇ ਆਉਂਦੇ ਨੇ ਉਹ ਤਾਂ ਬੜਾ ਉਲਝਾ ਚ ਸੀ ਜ਼ਿਮੀਦਾਰ ਉਹ ਤਾਂ ਬੜਾ ਐਵੇਂ ਜ਼ਿਮੀਦਾਰ ਦੂਆਂ ਨੂੰ ਜਿਹੜਾ ਨੂੰ ਉਲਝਾ ਚ ਪਾਵਣ ਵਾਲੀ ਗੱਲ ਹੈ ਦੂਆਂ ਨੂੰ ਆਪ ਤਾਂ ਕਰ ਹੀ ਲੈਂਦੇ। ਅੱਛਾ ਇਹਦੇ ਥੱਲੋਂ ਇਹਨੂੰ ਹਵਾ ਰੱਖਣਾ ਤੇ ਰੱਖੇ ਬਾਲੇ ਰੱਖੇ ਨੇ ਬਾਲੇ ਰੱਖੇ ਅੱਛਾ ਥੱਲੇ ਬਾਲੇ ਰੱਖੇ ਥੋੜੀ ਜਿਹੀ ਹਵਾ ਹੈ ਥੋੜੀ ਜਿਹੀ ਹਵਾ ਕਰਾਸਿੰਗ ਹੁੰਦੀ ਰਹੇ ਵੈਸੇ ਇਹ ਪੱਕਾ ਹੋਇਆ ਖਰਾਬ ਨਹੀਂ ਹੁੰਦਾ। ਅੱਛਾ ਜੀ ਸਿਰਫ ਇਹ ਰੋਸ਼ਨੀ ਖਰਾਬ ਕਰਦੀ ਹੈ। ਇਹਦੀ ਭੂਕ ਜਿਹੜੀ ਹੈ ਸੀ ਕਦੋਂ ਕੱਟਣੀ ਹੈ ਸੌਂ ਤੋਂ ਇਹ ਭੂਕ ਹੁਣ ਜਿਹੜਾ ਨਾ ਤਕਰੀਬਨ ਰਮਜ਼ਾਨ ਸ਼ਰੀਫ ਤੋਂ ਬਾਅਦ ਕੱਟ ਦੇ ਸੋ ਸਾਰੇ ਦੀ ਤੇ ਉਹ ਰੱਖ ਲੈ ਸੋ ਸੀ ਉਹਦੇ ਚ ਜਾਲੀਆਂ ਦੇ ਵਿੱਚ ਉਸ ਤੋਂ ਬਾਅਦ ਤੁਸੀਂ 9ਵੇਂ ਮਹੀਨੇ ਜਾਂ 10ਵੇਂ ਮਹੀਨੇ ਤੁਸੀਂ ਅੱਗੇ ਸ਼ਿਫਟ ਕਰ ਦੇ ਸਕਦੇ ਹਾਂ ਜੀ ਉਸ ਟਾਈਮ ਹਾਂਜੀ ਇਹ ਜੀ ਆਮਦ ਯਾਰ ਸਾਹਿਬ ਹੈ ਖਰਲ ਹੈ ਉਹਨਾਂ ਨੇ ਸੁਣਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਵਾਲਿਦ ਸਾਹਿਬ ਅਜੇ ਤੱਕ ਜ਼ਿੰਦਾ ਹਨ ਸੀ ਮਾਸ਼ਾਅੱਲਾ ਜੀ ਉਹ ਤੁਹਾਨੂੰ ਸਾਰਾ ਆਪਣਾ 45 ਸਾਲਾ ਤਜਰਬਾ ਦੱਸਣ ਅਸਲ ਹਕੀਕਤ ਜੋ ਹੈ ਕਾਰੋਬਾਰੀ ਹਿਸਾਬ ਨਾਲ ਨਹੀਂ ਜ਼ਿਮੀਦਾਰਾ ਹੈ ਸੀ। ਹਾਂਜੀ ਬਾਬਾ ਜੀ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇਹ ਥੂਮ ਲਾਉਂਦਿਆਂ? ਬਾਬਾ ਜੀ ਇਹ ਕਿੰਨਾ ਅਰਸਾ ਤੁਸੀਂ ਲਾਉਂਦੇ ਰਹੇ ਜੇ ਥੂਮ? ਸਾਨੂੰ 30-35 ਸਾਲ ਹੋ ਗਏ 30 ਸਾਲ। ਹਾਂਜੀ ਬਾਬੇ ਜੀ ਉਹ ਕਹਿ ਰਹੇ ਨੇ 30 ਤੋਂ 35 ਸਾਲ ਹੋ ਗਏ ਨੇ ਔਰ ਇਹ ਹੀ ਪੁਰਾਣੇ ਗੁਰੂਵਰ ਹਨ ਸੀ ਜਿਨ੍ਹਾਂ ਨੇ 5 ਰੁਪਏ ਦੜੀ ਚੱਲਦੀ ਹੈ ਲੋ ਜਿਸ ਟਾਈਮ 5 ਰੁਪਏ 6 ਰੁਪਏ ਦੜੀ 5-6 ਰੁਪਏ ਦੜੀ ਚੱਲਦੀ ਹੈ ਜਦੋਂ ਦੇ ਬਾਬੇ ਹੋਰੀ 5-6 ਰੁਪਏ ਯਾਨੀ ਕਿ ਕਿਲੋ ਰੁਪਏ ਕਿਲੋ ਚੱਲਦਾ ਹੁੰਦਾ ਹਾਂ ਜਦੋਂ ਦੇ ਬਾਬੇ ਹੋਰੀ ਲਾਉਂਦੇ ਇਹ ਹੈ ਜੀ ਇਹਨਾਂ ਦਾ ਤਜਰਬਾ 5 ਰੁਪਏ ਐਦਾਂ ਨਿਗੇ ਰੱਖਾ ਬਾਤ ਤੇਰੀ ਤਸਵੀਰ ਹਾਂਜੀ ਹਾਂਜੀ ਇਹ ਉਸ ਟਾਈਮ ਦੇ ਹਨ ਇਹ ਬਾਬਾ ਜੀ ਹੋਰੀ ਜਿਹੜੇ ਅੱਜ ਤੋਂ ਪਹਿਲੇ 4500 ਆਂਦੇ 1 ਰੁਪਏ ਉਸ ਟਾਈਮ ਕਿਲੋ ਚੱਲਦਾ ਹੁੰਦਾ ਹਾਂ ਉਸ ਟਾਈਮ ਦੇ ਅੱਜ ਕੱਲ ਕਾਰੋਬਾਰੀ ਲੋਕ ਆ ਗਏ ਜਿਹੜੇ ਬੜਾ ਬੜਾ ਚੜਾ ਤੇ ਕਿਸਾਨਾਂ ਨੂੰ ਉਹਨਾਂ ਨੇ ਉਲਟਾ ਪਰੇਸ਼ਾਨ ਕੀਤਾ ਹੈ ਸੀ। ਅੱਜ ਅਸੀਂ ਤੁਹਾਨੂੰ ਉਹਨਾਂ ਦੇ ਵਿਖਾ ਰਹੇ ਹਾਂ ਜਿਹੜਾ ਇਹਨਾਂ ਦਾ ਅਸਲ ਪੇਸ਼ਾ ਆਇਆ ਅਸਲ ਜ਼ਿਮੀਦਾਰਾ ਆਇਆ ਇਸ ਲਸਣ ਤੇ ਥੂਮ ਤੇ ਉਹ ਤੁਹਾਡੇ ਸਾਹਮਣੇ ਹਕੀਕਤ ਤੁਹਾਨੂੰ ਵਿਖਾ ਦਿੱਤੀ ਹੈ। ਹੁਣ ਆਖਰੀ ਪੈਗਾਮ ਆਪਾਂ ਚਾਹੇ ਆਮ ਯਾਰ ਕੋਲ ਲੈ ਲੈਣੇ हैं ਵੀ ਕਿਸਾਨਾਂ ਨੂੰ ਇਸ ਮਾਮਲੇ ਤੇ ਕੀ ਕਰਨਾ ਚਾਹੀਦਾ। ਬਾਬੇ ਦੀ ਇਹ 100 ਸਾਲ ਤੋਂ ਉੱਤੇ ਹੋਈ ਹਾਂ ਬਾਬੇ ਦੀ ਜੀ ਉਮਰ ਕਮ 100 ਸਾਲ ਤੋਂ ਉੱਤੇ ਹੈ ਮਾਸ਼ਾਅੱਲਾ ਅਜੇ ਤੱਕ ਉਹ ਸਿਹਤਮੰਦ ਹਨ ਔਰ ਤੁਹਾਨੂੰ ਉਹਨਾਂ ਥੂਮ ਦੇ ਮਾਮਲੇ ਤੇ ਦੱਸ ਦਿੱਤਾ ਲਸਣ ਦੇ ਤੇ ਕਿੰਨਾ ਅਰਸਾ ਹੋ ਗਿਆ 40 ਤੋਂ 45 ਸਾਲ। ਵੀਡੀਓ ਲੰਬੀ ਹੋ ਗਈ ਹੈ ਸੀ ਕੋਈ ਮਸਲਾ ਨਹੀਂ ਲੇਕਿਨ ਸੁਣਿਆ ਸੀ ਤੇ ਹਕੀਕਤ ਹੈ ਸੀ। ਹਾਂਜੀ ਚਾਹਾਂ ਯਾਰ ਤੁਸੀਂ ਹੁਣ ਐਂਡ ਅੱਗੇ ਤੁਹਾਡੀ ਵੀਡੀਓ ਆਈ ਹੈ ਉਹ ਸੋਰੀ ਹੁਣ ਤੁਸੀਂ ਸਾਨੂੰ ਦੱਸੋ ਵੀ ਇਹ ਹਕੀਕਤ ਤੇ ਚ ਲਾਉਣਾ ਚਾਹੀਦਾ 65 ਸਾਲ ਨੂੰ ਕਿਤੇ ਹੋ ਗਏ 65 ਸਾਲ 65 ਸਾਲ ਮੈਂ ਸ਼ੁਰੂ ਕੀਤਾ। ਅੱਛਾ 65 ਸਾਲ ਤੋਂ ਸ਼ੁਰੂ ਕੀਤਾ ਤੇ 45 ਸਾਲ ਹੋ ਗਏ 45 110 ਸਾਲ ਠੀਕ ਹੈ 1965 ਸ਼ੁਰੂ ਕੀਤਾ ਸਾਨੂੰ ਕੋਈ ਪਤਾ ਨਹੀਂ। ਅੱਛਾ ਹਾਂਜੀ ਤੁਸੀਂ ਹੁਣ ਦੱਸ ਦਿਓ ਆਖਰੀ ਪੈਗਾਮ ਕਿ ਜ਼ਿਮੀਂਦਾਰਾਂ ਨੂੰ ਇਹ ਲਾਉਣਾ ਚਾਹੀਦਾ ਬਿਲਕੁਲ ਲਾਉਣਾ ਜਿਹੜੇ ਆਪ ਮਿਹਨਤ ਕਰੇ ਨਹੀਂ ਜਾਂ ਕੋਈ ਕਰਾਵਣ ਮਿਹਨਤ ਉਹਨਾਂ ਨੂੰ ਵੀ ਲਾਉਣਾ ਚਾਹੀਦਾ ਪਰ ਇਹ ਨਹੀਂ ਕਿ ਮੁਰੱਬਿਆਂ ਦੇ ਹਿਸਾਬ ਲਾ ਦੇਵਣ। ਇਹ
ਜਿੰਨਾ ਜ਼ਿਆਦਾ ਹੋ ਸੀ ਨਾ ਉਹਨੇ ਇਹਦੀ ਮੁੜ ਜਿਹੜਾ ਨਾ ਮਾਰਕੀਟ ਡਾਊਨ ਹੁੰਦੀ ਜਾਂਦੀ। ਅੱਛਾ ਠੀਕ, ਉਹ ਬਸ ਮਿਹਨਤ ਨਹੀਂ ਹੁੰਦੀ। ਇਹ ਦੂਸਰੀ ਫਸਲਾਂ ਦੀ ਤਰ੍ਹਾਂ ਨਹੀਂ, ਜ਼ਿਆਦਾ ਬੀਜਣ ਜ਼ਿਆਦਾ ਨਾਲ ਨਹੀਂ। ਮਿਹਨਤ ਨਹੀਂ ਹੁੰਦੀ। ਇਹ ਤਕਰੀਬਨ ਜਿਹੜਾ ਹੈ ਨਾ ਕਿੱਲਾ 4 ਕਨਾਲੇ ਜਿਹੜਾ ਹੈ ਨਾ, ਅੱਛਾ ਅੱਛਾ ਇੰਨਾ ਹੀ ਲੱਗਦਾ ਜਾਵੇ ਨਾ ਤਾਂ ਮੁੜ ਜਿੰਨੇ ਕਿ ਦੀ ਖਪਤ ਹੋਸੀ ਉਵੇਂ ਜਾਂ ਤਾਂ ਰੇਟ ਲੱਗਸੀ ਮੁੜ ਇਹ ਤਾਂ ਨਹੀਂ ਜਿਵੇਂ ਵਡੇਰੇ ਜ਼ਿਮੀਦਾਰ ਜੀ ਜੀ ਭਾਈਓ, ਮੈਂ ਤਕਰੀਬਨ ਕੋਸ਼ਿਸ਼ ਕੀਤੀ ਹੈ ਸੀ ਕਿ ਮੈਂ ਇੱਕ ਚੀਜ਼ 2 ਏਕੜ ਲਾਉਂਦੇ ਰਹਿੰਦੇ ਸੀ। ਅੱਛਾ ਅੱਛਾ ਠੀਕ ਹੈ ਜੀ। ਤੇ ਇਹ ਮੈਂ ਤਕਰੀਬਨ ਕੋਸ਼ਿਸ਼ ਕੀਤੀ ਹੈ ਕਿ ਇਹਦੇ 'ਚ ਮੈਂ ਜ਼ਮੀਨ ਤੋਂ ਲੈ ਤੇ ਬੀਜ ਤੋਂ ਲੈ ਤੇ ਬਿਜਾਈ ਤੱਕ ਸਾਰੇ ਸਵਾਲਾਂ ਦੇ ਜਵਾਬ ਆਵਾਂ ਦਿੱਤੇ ਨੇ। ਅਗਰ ਕੋਈ ਕਮੀ ਵੇਸ਼ੀ ਰਹਿ ਜਾਵੇ ਉਹ ਖੁਦ ਕੋ ਤੁਸੀਂ ਮਲਟੀਪਲਾਈ ਕਰ ਲਵੇ ਸੀ। ਤੇ ਆਮਨ ਯਾਰ ਤੁਹਾਨੂੰ ਦੱਸ ਦਿੱਤਾ ਹੈ, ਨੰਬਰ ਤੁਹਾਨੂੰ ਦਿੱਤਾ ਜਾ ਸੀ। ਇਨਸ਼ਾਅੱਲਾ ਆਮਨ ਯਾਰ ਸਾਹਿਬ ਨੂੰ ਆਖਿਆ ਹੈ ਕਿ ਜੀ ਆਮਨ ਯਾਰ ਦੇ ਨੰਬਰ ਇਨਸ਼ਾਅੱਲਾ ਉਹਨਾਂ ਨੇ ਕਿਹਾ ਹੈ ਕਿ ਮੈਂ ਨੰਬਰ ਲੈ ਤੇ ਮੈਂ ਤੁਹਾਨੂੰ ਦੇ ਦੇਵਾਂਗਾ। ਇਨਸ਼ਾਅੱਲਾ ਮੈਂ ਫਿਰ ਉਹ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਦੇ ਦਿੱਤਾ ਸੀ, ਤੁਸੀਂ ਉਹਨੂੰ ਆਸਾਨੀ ਹੋ ਜਾਸੀ ਉਹਨਾਂ ਦੇ ਨਾਲ ਰਾਬਤਾ ਕਰਨਾ। ਫਿਲਹਾਲ ਉਹਨਾਂ ਨੇ ਮੋਬਾਈਲ ਲਿਆ ਨਹੀਂ ਹੈ, ਅਸੀਂ ਲੈ ਲੈਂਦੇ ਨੇ ਤੇ ਉਹ ਕਹਿ ਰਹੇ ਨੰਬਰ ਹੀ ਮੈਂ ਤੁਹਾਨੂੰ ਦੇ ਦੇਣਾ ਹਾਂ। ਉਹ ਲਿਖਾ ਦੇ ਸਰ, ਮੈਂ ਇਨਸ਼ਾਅੱਲਾ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਦਾ ਨੰਬਰ ਦੇ ਦੇਸਾਂ ਤੇ ਉਹਨਾਂ ਨਾਲ ਰਾਬਤਾ ਕਰਨਾ ਆਸਾਨ ਹੋ ਜਾਸੀ ਜੀ। नहीं ना को कारोबार मैं आधा बीजना। ठीक है जी, वस्सलाम। कोई कमी पेशी ਇਹਦੇ ਨਾਲ ਮੈਂ ਪਹਿਲੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦੇਸਾਂ ਪਹਿਲੀ ਵੀਡੀਓ ਦਾ ਲਿੰਕ, ਉਹਨੂੰ ਚੈੱਕ ਕਰਨਾ। ਔਰ ਉਸ ਤੋਂ ਬਾਅਦ ਵਿੱਚ ਆਮਨ ਯਾਰ ਸਾਹਿਬ ਦੀ ਜਿਹੜੀ ਗੁਫ਼ਤਗੂ ਸੁਣ ਲਈ, ਉਹਨਾਂ ਦੇ ਵਾਲਿਦ ਸਾਹਿਬ ਦੀ ਸੁਣ ਲਈ ਜਿਨ੍ਹਾਂ ਦਾ 45 ਸਾਲਾ ਤਜਰਬਾ ਹੈ ਕਦੋਂ ਕੀਤਾ ਹੈ। ਔਰ ਬੀਜ ਰੱਖਣ ਦਾ ਜਿਹੜੀ ਉਲਝਣ ਸਭ ਤੋਂ ਜ਼ਿਆਦਾ ਹੈ ਉਹ ਬੀਜ ਰੱਖਣ ਦੀ ਹੈ ਕਿ ਬੀਜ ਨੂੰ ਕਿਸ ਹਿਸਾਬ ਨਾਲ ਰੱਖੇ, ਸਾਦਾ ਤਰੀਕੇ ਨਾਲ ਹਾਂਜੀ ਹਾਂਜੀ। ਇਹ ਵੇਖੋ ਥੱਲੇ ਬਾਲੇ ਰੱਖੇ ਹੋਣ ਜੀ, ਇਹ ਸਾਦਾ ਤਰੀਕੇ ਨਾਲ ਬੀਜ ਰੱਖਾ ਗਿਆ ਨੇ ਸੀ। ਕੋਈ ਇਹਦੇ 'ਚ ਐਡੀ ਵੱਡੀ ਸਾਇੰਸ ਨਹੀਂ ਜਿਹੜੀ ਆਪਾਂ ਨੂੰ ਬਹੁਤ ਔਖੀ ਲੱਗਦੀ ਹੈ। ਥੱਲੇ ਬਾਲੇ ਰੱਖੇ ਨੇ, ਇੱਟਾਂ ਰੱਖ ਤੇ ਹਵਾ ਲੱਗਦੀ ਪਈ ਸੀ। ਲਓ ਜੀ 756 ਬੀਜ ਹੈ ਜੀ। ਵਸਲਾਮ, ਦੁਆਵਾਂ 'ਚ ਯਾਦ ਰੱਖਿਆ ਜੀ।